ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਗੁਰ ਮੂਰਤ ਪੂਰਨ ਬ੍ਰਹਮ ਅਵਗਤ ਅਬਨਾਸੀ। ਪਾਰ ਬ੍ਰਹਮ ਗੁਰ ਸ਼ਬਦ ਹੈ ਸਤ ਸੰਗ ਨਿਵਾਸੀ। ਸਾਧ ਸੰਗਤ ਸੱਚਖੰਡ ਹੈ ਭਾਉ ਭਗਤ ਅਭਿਆਸੀ। ਚਹੁ ਵਰਨਾ ਉਪਦੇਸ ਕਰ ਗੁਰਮਤਿ ਪਰਗਾਸੀ। ਪੈਰੀ ਪੈ ਪਾਖਾਕ ਹੋਏ ਗੁਰਮੁਖ ਰਹਿ ਰਾਸੀ। ਮਾਇਆ ਵਿੱਚ ਉਦਾਸ ਗਤ ਹੋਏ ਆਸ ਨਿਰਾਸੀ। ਮਾਇਆ ਵਿੱਚ ਉਦਾਸ ਗਤ ਹੋਏ ਆਸ ਨਿਰਾਸੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ ਕਰੁਣਾ ਨਿਧਾਨ ਦੀਨਾ ਬੰਧੂ ਜੋਤੀ ਸਵੈਰੂਪ ਗੁਰਗੱਦੀ ਤੇ ਬਿਰਾਜਮਾਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਰਹੀ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀ, ਆਓ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਵਿਚਾਰ ਦੇ ਨਾਲ ਜੁੜੀਏ। ਅੱਜ 9ਵੀਂ ਵਾਰ ਆਰੰਭ ਹੋਈ ਹੈ। ਭਾਈ ਗੁਰਦਾਸ ਸਾਹਿਬ ਜੀ ਜਿੱਥੇ ਗੁਰੂ ਪਰਮੇਸ਼ਰ ਦੀਆਂ ਸਿਫਤਾਂ ਕਰਦੇ ਹੈ, ਉਥੇ ਇਸ ਵਾਰ ਦੇ ਵਿੱਚ ਸਾਨੂੰ ਦੱਸਦੇ ਹੈ ਗੁਰਸਿੱਖੀ ਕਮਾਉਣੀ ਬਹੁਤ ਕਠਿਨ ਹੈ। ਗੁਰਸਿੱਖੀ ਦੀ ਕਮਾਈ ਕਰਨੀ, ਸਾਧਨਾ ਕਰਨੀ, ਇਹ ਕੋਈ ਸੌਖੀ ਨਹੀਂ ਹੈ। ਧੰਨ ਹਨ ਗੁਰੂ ਕੇ ਪਿਆਰੇ ਸਿੱਖ ਜਿਹੜੇ ਬਹੁਤ ਵੱਡੀਆਂ ਘਾਲਣਾ ਘਾਲਦੇ ਹੈ ਅਤੇ ਸਿੱਖੀ ਦੀ ਕਮਾਈ ਕਰਕੇ ਸਤਿਗੁਰੂ ਦੇ ਦਰ ਦੇ ਉੱਤੇ ਪ੍ਰਵਾਨ ਹੋ ਜਾਂਦੇ ਹੈ। ਸੋ ਚਿੱਤ ਬਿਰਤੀਆਂ ਨੂੰ ਇਕਾਗਰ ਕਰਦਿਆਂ ਭਾਈ ਗੁਰਦਾਸ ਜੀ ਦੀ 9ਵੀਂ ਵਾਰ ਦੀ ਵਿਚਾਰ ਸਰਵਣ ਕਰੀਏ। ਵਾਹਿਗੁਰੂ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਇੱਕ ਹੈ, ਸਜਾਤੀ ਵਿਜਾਤੀ ਸਵੈਗਤ ਭੇਦ ਰਹਿਤ ਹੈ। ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ। ਉਹ ਮਿਲਦਾ ਕਿਵੇਂ ਹੈ? ਸਤਿਗੁਰ ਪ੍ਰਸਾਦ। ਸਤਿਗੁਰੂ ਦੀ ਕਿਰਪਾ ਦੇ ਨਾਲ ਉਹਦੀ ਪ੍ਰਾਪਤੀ ਹੁੰਦੀ ਹੈ। ਗੁਰ ਮੂਰਤ ਪੂਰਨ ਬ੍ਰਹਮ ਅਵਗਤ ਅਬਿਨਾਸੀ। ਗੁਰੂ ਸਾਹਿਬ ਜੀ ਦੇ ਸਰੂਪ ਬਾਰੇ ਭਾਈ ਗੁਰਦਾਸ ਜੀ ਸਾਨੂੰ ਦੱਸਦੇ ਹੈ। ਭਾਈ ਗੁਰਦਾਸ ਜੀ ਦਾ ਕੀ ਨਿਸ਼ਚਾ ਸੀ? ਗੁਰ ਮੂਰਤ ਪੂਰਨ ਬ੍ਰਹਮ। ਗੁਰੂ ਸਾਹਿਬ ਦਾ ਸਵਰੂਪ ਪੂਰਨ ਬ੍ਰਹਮ ਹੈ। ਭਾਵ ਪਾਰ ਬ੍ਰਹਮ ਦਾ ਜੋ ਸਵਰੂਪ ਹੈ ਉਹ ਗੁਰੂ ਦਾ ਸਵਰੂਪ ਹੈ। ਗੁਰ ਮੂਰਤ ਪੂਰਨ ਬ੍ਰਹਮ
ਪੂਰਨ ਬ੍ਰਹਮ ਦਾ ਸਵਰੂਪ ਗੁਰੂ ਸਾਹਿਬ ਜੀ ਹਨ। ਅਵਗਤ ਅਵਿਨਾਸੀ, ਅਵਗਤ ਜਿਨ੍ਹਾਂ ਦੀ ਗਤ ਜਾਣੀ ਨਹੀਂ ਜਾ ਸਕਦੀ, ਗਤੀ ਤੋਂ, ਹਾਲਾਤ ਤੋਂ ਰਹਿਤ, ਅਵਿਨਾਸੀ ਤੇ ਨਾਸ਼ ਤੋਂ ਰਹਿਤ ਹਨ। ਪਾਰ ਬ੍ਰਹਮ ਗੁਰ ਸ਼ਬਦ ਹੈ, ਸਤ ਸੰਗ ਨਿਵਾਸੀ। ਪਾਰ ਬ੍ਰਹਮ ਗੁਰ ਸ਼ਬਦ ਹੈ, ਸਤਿਗੁਰੂ ਜੀ ਦਾ ਜੋ ਪਵਿੱਤਰ ਸ਼ਬਦ ਹੈ, ਇਹੀ ਪਾਰ ਬ੍ਰਹਮ ਸਵਰੂਪ ਹੈ। ਭਾਵ ਗੁਰੂ ਸਾਹਿਬ ਜੀ ਦਾ ਜੋ ਨਿਰਗੁਣ ਸਵਰੂਪ ਹੈ, ਉਹ ਗੁਰ ਸ਼ਬਦ ਹੈ। ਤੇ ਗੁਰ ਸ਼ਬਦ ਦਾ ਵਾਸਾ ਕਿੱਥੇ ਹੈ? ਸਤ ਸੰਗ ਨਿਵਾਸੀ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਨਿਰਗੁਣ ਸਰੂਪ ਗੁਰ ਸ਼ਬਦ ਦਾ ਵਾਸਾ ਸਾਧ ਸੰਗਤ ਦੇ ਵਿੱਚ ਹੈ। ਸਾਧ ਸੰਗਤ ਦੇ ਵਿੱਚ ਨਿਰਗੁਣ ਸਰੂਪ ਗੁਰ ਸ਼ਬਦ ਵਸਦਾ ਹੈ, ਔਰ ਅਸੀਂ ਸਾਧ ਸੰਗਤ ਵਿੱਚ ਆ ਕੇ ਨਿਰਗੁਣ ਸਰੂਪ ਗੁਰੂ ਦੇ ਸ਼ਬਦ ਨੂੰ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੱਥਾ ਟੇਕਦੇ ਹਾਂ, ਨਮਸਕਾਰ ਕਰਦੇ ਹਾਂ। ਸਾਧ ਸੰਗਤ ਸੱਚਖੰਡ ਹੈ, ਭਾਉ ਭਗਤ ਅਭਿਆਸੀ। ਸਾਧ ਸੰਗਤ ਜੋ ਗੁਰੂ ਸਾਹਿਬ ਨੇ ਕਾਇਮ ਕੀਤੀ ਹੈ, ਇਹ ਸੱਚਖੰਡ ਹੈ। ਇਸ ਸਾਧ ਸੰਗਤ ਦੇ ਵਿੱਚ ਪ੍ਰੇਮਾ ਭਗਤੀ ਕਰਨ ਵਾਲੇ ਅਭਿਆਸੀ ਗੁਰਸਿੱਖ ਜਿਹੜੇ ਹੈ ਉਹ ਵਸਦੇ ਹੈ। ਸਾਧ ਸੰਗਤ ਦੇ ਵਿੱਚ ਭਾਉ ਭਗਤ ਦਾ ਅਭਿਆਸ, ਪ੍ਰੇਮਾ ਭਗਤੀ ਦਾ ਅਭਿਆਸ ਹੁੰਦਾ ਹੈ। ਪ੍ਰੇਮਾ ਭਗਤੀ ਕਰਨ ਵਾਲੇ ਅਭਿਆਸੀ ਗੁਰੂ ਕੇ ਸਿੱਖ ਗੁਰਮੁਖ ਪਿਆਰੇ ਸਾਧ ਸੰਗਤ ਦੇ ਵਿੱਚ ਵਾਸ ਕਰਦੇ ਹੈ। ਚਹੁ ਵਰਨਾ ਉਪਦੇਸ ਕਰ, ਗੁਰਮਤਿ ਪਰਗਾਸੀ। ਸਤਿਗੁਰੂ ਜੀ ਦੀ ਕਾਇਮ ਕੀਤੀ ਹੋਈ ਸਾਧ ਸੰਗਤ ਐਸੀ ਹੈ, ਜਿੱਥੇ ਕਿਸੇ ਨਾਲ ਕੋਈ ਭੇਦ ਨਹੀਂ ਕੀਤਾ ਜਾਂਦਾ, ਸਾਰਿਆਂ ਨੂੰ ਇੱਕ ਦ੍ਰਿਸ਼ਟੀ ਦੇ ਨਾਲ ਵੇਖਿਆ ਜਾਂਦਾ ਹੈ। ਗੁਰੂ ਸਾਹਿਬ ਜੀ ਚੌਹਾਂ ਵਰਨਾਂ ਦੇ ਲੋਕਾਂ ਨੂੰ ਹੀ ਉਪਦੇਸ਼ ਦਿੰਦੇ ਹੈ। ਚਹੁ ਵਰਨਾ ਉਪਦੇਸ਼ ਕਰ, ਭਾਵੇਂ ਕੋਈ ਬ੍ਰਾਹਮਣ ਹੋਵੇ, ਖੱਤਰੀ ਹੋਵੇ, ਵੈਸ਼ ਹੋਵੇ, ਸ਼ੂਦਰ ਹੋਵੇ, ਚਾਰ ਵਰਨਾਂ ਦੇ ਲੋਕਾਂ ਨੂੰ ਉਪਦੇਸ਼ ਦਿੱਤਾ ਜਾਂਦਾ ਹੈ। ਸਾਰਿਆਂ ਨੂੰ ਗੁਰੂ ਦਾ ਸਾਂਝਾ ਉਪਦੇਸ਼ ਹੈ। ਗੁਰਮਤਿ ਪਰਗਾਸੀ, ਸਾਧ ਸੰਗਤ ਦੇ ਵਿੱਚ ਗੁਰਮਤਿ ਦਾ ਪ੍ਰਗਾਸ ਹੁੰਦਾ ਹੈ। ਜਿਹੜਾ ਕੋਈ ਇੱਥੇ ਆ ਜਾਂਦਾ ਹੈ, ਉਹਦੇ ਹਿਰਦੇ ਦੇ ਵਿੱਚ ਗੁਰਮਤਿ ਦਾ ਪ੍ਰਗਾਸ ਚਾਨਣਾ ਹੋ ਜਾਂਦਾ ਹੈ। ਉਹਨੂੰ ਸੋਝੀ ਹੋ ਆਉਂਦੀ ਹੈ, ਗੁਰੂ ਦੀ ਸਿੱਖਿਆ ਕੀ ਕਹਿੰਦੀ ਹੈ, ਮੈਂ ਕੀ ਕਰ ਰਿਹਾ ਹਾਂ, ਮੈਨੂੰ ਕੀ ਕਰਨਾ ਚਾਹੀਦਾ ਹੈ। ਸੋ ਇਹਨਾਂ ਸਾਰੀਆਂ ਗੱਲਾਂ ਦਾ ਉਸ ਨੂੰ ਪਤਾ ਲੱਗ ਜਾਂਦਾ ਹੈ। ਪੈਰੀ ਪੈ ਪਾਖਾਕ ਹੋਏ, ਗੁਰਮੁਖ ਰਹਿ ਰਾਸੀ। ਸਾਧ ਸੰਗਤ ਦੇ ਵਿੱਚ ਗੁਰਮੁਖ ਪਿਆਰੇ ਟਿਕਦੇ ਹੈ। ਗੁਰਮੁਖ ਰਹਿ ਰਾਸੀ, ਗੁਰਮੁਖਾਂ ਦੀ ਇਹ ਰਹਿਰਾਸ, ਇਹ ਰਹੁ ਰੀਤੀ ਹੈ, ਇਹ ਮਰਿਆਦਾ ਹੈ ਕਿ ਪੈਰੀ ਪੈ ਪਾਖਾਕ ਹੋਏ। ਗੁਰਮੁਖ ਪਿਆਰੇ ਗੁਰੂ ਦੇ ਚਰਨੀ ਪੈ ਕੇ ਗੁਰੂ ਚਰਨਾਂ ਦੀ ਖਾਕ ਹੋ ਜਾਂਦੇ ਹੈ। ਗੁਰੂ ਤੋਂ ਵਾਰਨੇ ਬਲਿਹਾਰਨੇ ਜਾਂਦੇ ਹੈ, ਅਥਵਾ ਗੁਰਸਿੱਖਾਂ ਦੇ ਚਰਨੀ ਪੈ ਕੇ ਗੁਰਸਿੱਖਾਂ ਦੇ ਚਰਨਾਂ ਦੀ ਧੂੜ ਬਣ ਜਾਂਦੇ ਹੈ। ਗੁਰਸਿੱਖਾਂ ਕੀ ਹਰ ਧੂੜ ਦੇਹ, ਹਮ ਪਾਪੀ ਭੀ ਗਤ ਪਾਹੇ। ਉਹ ਗੁਰਸਿੱਖਾਂ ਦੀ ਚਰਨ ਧੂੜ ਲੋਚਦੇ ਹੈ, ਉਹਨਾਂ ਦੇ ਚਰਨਾਂ ਦੀ ਧੂੜ ਬਣ ਜਾਂਦੇ ਹੈ। ਗੁਰੂ ਸਾਹਿਬ ਤੋਂ ਵਾਰਨੇ ਬਲਿਹਾਰਨੇ ਜਾਂਦੇ ਹੈ। ਇਹ ਜਿਹੜੇ ਗੁਰਮੁਖ ਗੁਰਸਿੱਖ ਨੇ ਨਾ, ਉਹਨਾਂ ਦੀ ਰੀਤ ਹੈ। ਮਾਇਆ ਵਿੱਚ ਉਦਾਸ ਗਤ, ਹੋਏ ਆਸ ਨਿਰਾਸੀ। ਫਿਰ ਗੁਰਮੁਖਾਂ ਦੀ ਪਛਾਣ ਕੀ ਹੁੰਦੀ ਹੈ, ਕਿਵੇਂ ਪਛਾਣੇ ਜਾਂਦੇ ਹੈ? ਤਾਂ ਭਾਈ ਸਾਹਿਬ ਜੀ ਕਹਿੰਦੇ, ਮਾਇਆ ਦੇ ਵਿੱਚ ਉਦਾਸ ਰਹਿੰਦੇ ਹੈ। ਮਾਇਆ ਵਿੱਚ ਉਦਾਸ ਗਤ, ਹੋਏ ਆਸ ਨਿਰਾਸੀ।
ਤੇ ਆਸ ਤੋਂ ਨਿਰਾਸ਼ ਹੋ ਕਰਕੇ ਜਿਹੜੇ ਗੁਰਮੁਖ ਪਿਆਰੇ ਨੇ ਮਾਇਆ ਦੇ ਵਿੱਚ ਹੀ ਉਦਾਸ ਗਤੀ ਵਾਲੇ ਹੋ ਕੇ ਵਿਚਰਦੇ ਹੈ, ਉਹਨਾਂ ਦਾ ਮਨ ਸਦਾ ਗੁਰ ਸ਼ਬਦ ਦੇ ਨਾਲ ਜੁੜਿਆ ਰਹਿੰਦਾ ਹੈ। ਤੇ ਦੂਜੇ ਤਾਂ ਮਾਇਆ ਮਨਹੁ ਨਾ ਵੀਸਰੈ, ਮੰਗੈ ਦਮਾ ਦਮ। ਉਹਨਾਂ ਨੂੰ ਤਾਂ ਕਿਸੇ ਸਾਹ ਦੇ ਵਿੱਚ ਮਾਇਆ ਹੀ ਨਹੀਂ ਵਿਸਰਦੀ। ਜਿਹੜਾ ਇੱਕ ਇੱਕ ਸਵਾਸ ਲੈਂਦੇ ਆ, ਹਰ ਸਵਾਸ ਵਿੱਚ ਦਮੜੇ ਹੀ ਮਾਇਆ ਵੱਲ ਹੀ ਖਿਆਲ ਹੈ, ਉਧਰ ਹੀ ਮਨ ਵਿੱਚੇ ਮਾਇਆ 'ਚ ਫਸਿਆ ਹੋਇਆ ਹੈ। ਸੋ ਗੁਰਮੁਖ ਮਾਇਆ ਦੇ ਵਿੱਚ ਰਹਿੰਦਿਆਂ ਉਦਾਸ ਗਤੀ ਵਾਲੇ ਹੈ, ਔਰ ਆਸ ਤੋਂ ਨਿਰਾਸ਼ ਹੋ ਕਰਕੇ ਰਹਿੰਦੇ ਹੈ। ਪੂਰਨ ਬ੍ਰਹਮ ਜੋ ਗੁਰੂ ਦਾ ਸ਼ਬਦ ਹੈ, ਉਹਦੇ ਵਿੱਚ ਜੁੜਦੇ ਹੈ। ਸਾਧ ਸੰਗਤ ਜੋ ਸੱਚਖੰਡ ਹੈ, ਇਹਦੇ ਵਿੱਚ ਗੁਰੂ ਕੇ ਸਿੱਖ ਵਸਦੇ ਹੈ। 9ਵੀਂ ਵਾਰ ਦੀ ਹੁਣ ਅਗਲੀ ਦੂਜੀ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਸਾਨੂੰ ਦੱਸਦੇ ਹੈ ਕਿ ਗੁਰਸਿੱਖੀ ਮਾਰਗ ਇਹ ਬਹੁਤ ਕਠਿਨ ਹੈ। ਗੁਰਸਿੱਖੀ ਕਮਾਉਣੀ ਜਿਹੜੀ ਹੈ ਇਹ ਸੌਖੀ ਨਹੀਂ। ਧੰਨ ਨੇ ਉਹ ਗੁਰੂ ਕੇ ਪਿਆਰੇ ਸਿੱਖ ਜਿਨ੍ਹਾਂ ਨੇ ਸਿੱਖੀ ਕਮਾਈ, ਸਾਧਨਾ ਕੀਤੀ। ਗੁਰਸਿੱਖੀ ਬਾਰੀਕ ਹੈ, ਸਿਲ ਚੱਟਣ ਫਿੱਕੀ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਿਹੜੀ ਗੁਰਸਿੱਖੀ ਹੈ ਇਹ ਬਹੁਤ ਬਰੀਕ ਹੈ, ਬਹੁਤ ਸੂਖਸ਼ਮ ਹੈ। ਸਿਲ ਚੱਟਣ ਫਿੱਕੀ, ਜਿਵੇਂ ਫਿੱਕੀ ਅਲੂਣੀ ਸਿਲ ਚੱਟਣੀ ਹੁੰਦੀ ਹੈ ਨਾ, ਇਸ ਤਰ੍ਹਾਂ ਦੀ ਹੈ। ਅਲੂਣੀ ਫਿੱਕੀ ਸਿਲ ਚੱਟੀ ਨਹੀਂ ਜਾਂਦੀ। ਇਸੇ ਤਰ੍ਹਾਂ ਗੁਰਸਿੱਖੀ ਬਰੀਕ ਸੂਖਸ਼ਮ ਹੈ। ਗੁਰਸਿੱਖੀ ਦੀ ਕਮਾਈ ਕਰਨੀ ਬਹੁਤ ਔਖੀ ਹੈ। ਗੁਰਸਿੱਖੀ ਦੀ ਕਮਾਈ ਕਰਨ ਲਈ ਤਨ ਮਨ ਧਨ ਸਭ ਕੁਝ ਗੁਰੂ ਨੂੰ ਅਰਪਣ ਕਰਨਾ ਪੈਂਦਾ ਹੈ। ਤੇ ਇਸ ਮਾਰਗ 'ਤੇ ਚੱਲਣ ਵਾਸਤੇ ਤਾਂ ਸਾਹਿਬ ਨੇ ਕਿਹਾ ਪਹਿਲਾਂ ਆਪਣਾ ਸਿਰ ਤਲੀ 'ਤੇ ਰੱਖ ਕੇ ਆ। ਜਾਓ ਤਉ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਜਿਸ ਰਸਤੇ 'ਤੇ ਤੂੰ ਪੈਰ ਰੱਖਣਾ ਹੈ, ਸਿਰ ਦੀਜੈ ਕਾਣ ਨਾ ਕੀਜੈ, ਸਿਰ ਦੇਣ ਤੋਂ ਪਿੱਛੇ ਨਾ ਹਟੀ। ਇਹ ਪ੍ਰੇਮ ਦਾ ਮਾਰਗ ਹੈ ਗੁਰਸਿੱਖੀ, ਤੇ ਭਾਵਨਾ ਵਾਲੇ ਗੁਰਸਿੱਖ ਕਮਾਈ ਕਰਦੇ ਹੈ। ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ। ਹੋ ਸਭਨਾ ਕੀ ਰੇਣਕਾ, ਤਉ ਆਓ ਹਮਾਰੇ ਪਾਸ। ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਫਰਮਾਉਂਦੇ ਨੇ, ਜਿਸ ਮਾਰਗ 'ਤੇ ਚੱਲਣਾ ਨਾ ਤੂੰ, ਤਾਂ ਪਹਿਲਾਂ ਫਿਰ ਮੌਤ ਨੂੰ ਕਬੂਲ ਕਰ। ਜਿਉਣ ਦੀ ਆਸ ਛੱਡ ਦੇ, ਸਾਰਿਆਂ ਦੀ ਚਰਨ ਧੂੜ ਬਣ ਜਾ, ਫਿਰ ਸਾਡੇ ਕੋਲ ਆਵੀਂ, ਤੇਰੀ ਝੋਲੀ ਰਹਿਮਤਾਂ ਦੇ ਨਾਲ ਭਰ ਦੇਵਾਂਗੇ। ਸੋ ਇਸ ਮਾਰਗ 'ਤੇ ਚੱਲਣ ਵਾਸਤੇ ਮੌਤ ਨੂੰ ਪਹਿਲਾਂ ਕਬੂਲ ਕਰਨਾ ਪੈਂਦਾ ਹੈ, ਫਿਰ ਇਹ ਸਿੱਖੀ ਕਮਾਈ ਜਾਂਦੀ ਹੈ। ਇਹ ਸੁਖੈਨ ਰਸਤਾ ਨਹੀਂ ਹੈ। ਸੋ ਆਪਣੀ ਮੈਂ ਨੂੰ, ਹਉਮੈ ਨੂੰ ਛੱਡਣਾ ਪੈਂਦਾ ਹੈ। ਗੁਰਸਿੱਖੀ ਬਾਰੀਕ ਹੈ, ਸਿਲ ਚੱਟਣ ਫਿੱਕੀ। ਸੋ ਜਿਵੇਂ ਫਿੱਕੀ ਸਿਲ ਨੂੰ ਚੱਟਣਾ ਹੋਵੇ, ਇਸ ਤਰ੍ਹਾਂ ਇਹ ਬਹੁਤ ਕਠਿਨ ਹੈ ਇਹਦੀ ਕਮਾਈ ਕਰਨੀ। ਗੁਰਸਿੱਖੀ ਦਾ ਮਾਰਗ ਬੜਾ ਕਠਿਨ ਹੈ ਅਤੇ ਬੜੀ ਬਰੀਕ ਹੈ, ਸੂਖਸ਼ਮ ਹੈ। ਕਿੰਨੀ ਕੁ ਬਰੀਕ ਹੈ? ਤ੍ਰਿਖੀ ਖੰਡੇ ਧਾਰ ਹੈ, ਉਹ ਵਾਲਹੁ ਨਿੱਕੀ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਿਹੜੀ ਗੁਰਸਿੱਖੀ ਹੈ ਨਾ, ਇਹ ਖੰਡੇ ਦੀ ਧਾਰ ਤੋਂ ਵੀ ਤਿੱਖੀ ਹੈ। ਖੰਡੇ ਦੀ ਧਾਰ ਆਪਾਂ ਵੇਖਦੇ ਹਾਂ ਕਿੰਨੀ ਤਿੱਖੀ ਹੁੰਦੀ ਹੈ। ਖੰਡੇ ਦੀ ਧਾਰ 'ਤੇ ਕੋਈ ਤੁਰ ਸਕਦਾ? ਨਹੀਂ ਤੁਰ ਸਕਦਾ। ਅਤੇ ਖੰਡੇ ਦੀ ਵੀ ਧਾਰ ਤੋਂ ਤਿੱਖੀ ਹੈ ਇਹ ਗੁਰੂ ਦੀ ਸਿੱਖੀ। ਉਹਦੇ ਉੱਤੇ ਤੁਰਨਾ ਪੈਣਾ ਹੈ। ਉਹ ਵਾਲਹੁ ਨਿੱਕੀ, ਅਤੇ ਵਾਲ ਕਿੰਨਾ ਬਰੀਕ ਹੁੰਦਾ ਹੈ, ਇਹ ਗੁਰਸਿੱਖੀ ਵਾਲ ਤੋਂ ਵੀ ਬਰੀਕ ਹੈ। ਖੰਡੇ ਦੀ ਧਾਰ ਇੰਨੀ ਤਿੱਖੀ ਹੈ, ਬੰਦਾ ਉਹਦੇ 'ਤੇ ਤੁਰ ਨਹੀਂ ਸਕਦਾ।
ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਸਿੱਖੀ ਦਾ ਕਮਾਉਣਾ ਬਹੁਤ ਔਖਾ ਹੈ। ਖੰਡੇ ਦੀ ਧਾਰ ਉੱਤੇ ਚੱਲਣ ਦੀ ਗੱਲ ਹੈ ਜਿਹੜੇ ਕਮਾਈ ਕਰਦੇ ਹੈ, ਅਤੇ ਇਹ ਵਾਲ ਤੋਂ ਵੀ ਨਿੱਕੀ ਹੈ। ਭੂਹ ਭਵਿੱਖ ਨਾ ਵਰਤਮਾਨ, ਸਰ ਮਿੱਕਣ ਮਿੱਕੀ। ਅਤੇ ਤਿੰਨਾਂ ਸਮਿਆਂ ਦੇ ਵਿੱਚ ਭੂਹ ਜਿਹੜਾ ਭੂਤਕਾਲ ਲੰਘ ਗਿਆ, ਬਤੀਤ ਹੋ ਗਿਆ ਸਮਾਂ, ਭਵਿੱਖ ਆਉਣ ਵਾਲਾ ਸਮਾਂ, ਵਰਤਮਾਨ ਜਿਹੜਾ ਸਮਾਂ ਹੁਣ ਚੱਲ ਰਿਹਾ ਹੈ, ਸਰ ਮਿੱਕਣ ਮਿੱਕੀ। ਇਹਨਾਂ ਤਿੰਨਾਂ ਸਮਿਆਂ ਦੇ ਵਿੱਚ ਜੇ ਕਿਸੇ ਪਦਾਰਥ, ਕਿਸੇ ਵਸਤੂ ਦੇ ਨਾਲ ਇਹ ਸਿੱਖੀ ਨੂੰ ਮਾਪਿਆ ਜਾਵੇ, ਮਿਣਿਆ ਜਾਵੇ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਕਿਸੇ ਪਦਾਰਥ ਦੇ ਨਾਲ ਮਿਣੀ ਨਹੀਂ ਜਾ ਸਕਦੀ, ਦੱਸਿਆ ਹੀ ਨਹੀਂ ਜਾ ਸਕਦਾ। ਇਹ ਇੰਨੀ ਅਮੋਲਕ ਹੈ, ਨਾ ਕਿਸੇ ਪਦਾਰਥ, ਕੋਈ ਪਦਾਰਥ ਇਸ ਸਿੱਖੀ ਦੇ ਮੁੱਲ ਦੇ ਬਰਾਬਰ ਨਹੀਂ। ਅਸੀਂ ਇਤਿਹਾਸ ਦੇ ਵਿੱਚ ਅਨੇਕਾਂ ਗੁਰੂ ਕੇ ਪਿਆਰੇ ਸਿੱਖਾਂ ਨੂੰ, ਉਹਨਾਂ ਦੀ ਕਮਾਈ, ਉਹਨਾਂ ਦੀ ਸਾਧਨਾ ਕੀਤੀ ਹੋਈ ਨੂੰ, ਸਿੱਖੀ ਦੀ ਕਮਾਈ ਕੀਤੀ ਹੋਈ ਨੂੰ ਇਤਿਹਾਸ ਦੇ ਪੱਤਰਿਆਂ 'ਤੇ ਪੜ੍ਹਦੇ ਹਾਂ। ਕਿਵੇਂ ਗੁਰੂ ਕੇ ਸਿੱਖਾਂ ਨੇ ਸਿੱਖੀ ਦੀ ਕਮਾਈ ਕੀਤੀ ਹੈ। ਭਾਈ ਤਾਰੂ ਸਿੰਘ ਜੀ ਖੋਪਰ ਉਤਰਵਾ ਲਿਆ, ਪਰ ਕੇਸ ਕਤਲ ਨਹੀਂ ਕਰਵਾਏ। ਭਾਈ ਸ਼ਵੇਕ ਸਿੰਘ, ਸ਼ਾਹਬਾਜ਼ ਸਿੰਘ ਜੀ ਚਰਖੜੀਆਂ 'ਤੇ ਚੜ੍ਹ ਗਏ, ਪਰ ਸਿੱਖੀ ਦਾ ਤਿਆਗ ਨਹੀਂ ਕੀਤਾ। ਸਿੱਖੀ ਕਮਾਉਣੀ ਸੌਖੀ ਨਹੀਂ ਹੈ। ਭਾਈ ਮਨੀ ਸਿੰਘ ਜੀ ਨੇ ਬੰਦ ਕਟਵਾ ਲਿਆ, ਸਿੱਖੀ ਨਹੀਂ ਛੱਡੀ। ਭਾਈ ਜੈ ਸਿੰਘ ਖਲਕਟ ਪੁੱਠੀ ਖੱਲ ਲੁਹਾ ਲੈਂਦੇ ਆ ਆਪਣੇ ਤਨ ਦੀ, ਪਰ ਹੁੱਕਾ ਤੰਬਾਕੂ ਵਾਲਾ ਉਹ ਸਿਰ 'ਤੇ ਰੱਖ ਕੇ ਨਹੀਂ ਛੱਡ ਕੇ ਆਉਂਦੇ। ਗੁਰੂ ਦਾ ਸਿੱਖ ਇੰਨੀ ਮਰਿਆਦਾ ਰੱਖਦਾ ਹੈ, ਪਰ ਅੱਜ ਆਪਣੇ ਆਪ ਨੂੰ ਕਈ, ਅਸੀਂ ਵੀ ਬਾਬੇ ਨਾਨਕ ਨੂੰ ਮੰਨਦੇ, ਉਹਦੇ ਸਿੱਖ ਹੁੰਦੇ ਆ, ਤੰਬਾਕੂ ਦਾ ਸੇਵਨ ਕਰਦੇ, ਸਿੱਖਾਂ ਦੇ ਘਰੇ ਜੰਮ ਕੇ ਤੰਬਾਕੂ ਦਾ ਸੇਵਨ ਕਰਦੇ। ਗੁਰਸਿੱਖੀ ਦੀ ਕਮਾਈ ਜਿਨ੍ਹਾਂ ਗੁਰਸਿੱਖਾਂ ਨੇ ਕੀਤੀ, ਉਹਨਾਂ ਦੇ ਕਦੇ ਜੀਵਨ ਨੂੰ ਤਾਂ ਪੜ੍ਹ ਕੇ ਵੇਖੀਏ, ਕਿੱਡੀ ਵੱਡੀ ਘਾਲਣਾ ਉਹਨਾਂ ਘਾਲੀ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਪਦਾਰਥਾਂ ਦੇ ਬਰਾਬਰ ਇਹਨੂੰ ਮਿਣਿਆ ਨਹੀਂ ਜਾ ਸਕਦਾ। ਤਿੰਨਾਂ ਹੀ ਕਾਲਾਂ ਦੇ ਵਿੱਚ, ਤਿੰਨਾਂ ਸਮਿਆਂ ਦੇ ਵਿੱਚ ਗੁਰੂ ਕੇ ਪਿਆਰੇ ਸਿੱਖ ਕਮਾਈ ਕਰਦੇ ਰਹੇ ਹੈ। ਜੀਵਨ ਦੇ ਵਿੱਚ ਕਿੰਨੇ ਪਦਾਰਥ, ਕਿੰਨੀ ਦੌਲਤ, ਧਨ ਉਹਨਾਂ ਦੇ ਅੱਗੇ ਹਕੂਮਤਾਂ ਕਹਿੰਦੀਆਂ ਸਨ, ਪਰ ਸਾਰਾ ਧਨ, ਪਦਾਰਥ, ਬੇਗਮਾਂ ਦੇ ਡੋਲੇ ਜੁੱਤੀ ਦੀ ਨੋਕ 'ਤੇ ਠੁਕਰਾਏ ਹੈ ਗੁਰਸਿੱਖਾਂ ਨੇ। ਸਾਨੂੰ ਕੁਛ ਨਹੀਂ ਚਾਹੀਦਾ, ਸਿਰਫ ਸਿੱਖੀ, ਗੁਰੂ ਦੀ ਸਿੱਖੀ ਪਿਆਰੀ ਹੈ। ਭਾਈ ਮਤੀ ਦਾਸ ਜੀ ਆਰੇ ਦੇ ਨਾਲ ਚੀਰੇ ਜਾਂਦੇ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ, ਕੁਰਬਾਨ ਹੋ ਜਾਂਦੇ ਆ, ਸ਼ਹਾਦਤ ਪ੍ਰਾਪਤ ਕਰ ਲੈਂਦੇ, ਪਰ ਸਿੱਖੀ ਨਹੀਂ ਛੱਡਦੇ। 2 ਉਂਗਲਾਂ ਜਦ ਸੀਸ ਵਿੱਚ ਆਰੇ ਪਾਇਆ ਚੀਰ, ਮਤੀ ਦਾਸ ਜੀ ਬੋਲਦੇ ਸੁਣ ਕਾਜੀ ਧਰ ਧੀਰ। ਰੋਮ ਰੋਮ ਵਿੱਚ ਮੈਂਡੜੇ ਪ੍ਰੀਤਮ ਵਸਿਆ ਆਪ, ਆਰਾ ਮੈਨੂੰ ਪਾਉਂਦਾ ਧਰਮ ਛੱਡਣਾ ਪਾਪ। ਕਹਿੰਦੇ ਧਰਮ ਨੂੰ ਛੱਡਣਾ ਇਹ ਵੱਡਾ ਪਾਪ ਹੈ। ਟੁਕੜੇ ਇਸ ਸਰੀਰ ਦੇ ਕਰੇ ਜੇ ਲੱਖ ਕਰੋੜ, ਤਾਂ ਵੀ ਧਰਮ ਨਾ ਛੋੜ ਸਾਂ, ਤੇਰਾ ਦੀਨ ਨਹੀਂ ਲੋੜ। ਆਰਾ ਪਿਆਰਾ ਲਗਤ ਹੈ ਤੁਮ ਕਾਰਾ ਕਰੋ ਬਨਾਏ, ਸਿਰ ਜਾਂਦਾ ਤਾਂ ਜਾਣਦੇ ਮੇਰਾ ਸਿੱਖੀ ਸਿਦਕ ਨਾ ਜਾਏ। ਬਸ ਸਿੱਖੀ ਨਾ ਜਾਵੇ, ਸਰੀਰ ਜਾਂਦਾ ਚਲੇ ਜੇ, ਕੋਈ ਪਰਵਾਹ ਨਹੀਂ। ਤੋ ਇਹ ਐਸੀ ਗੁਰਸਿੱਖੀ ਹੈ, ਇਹਦੀ ਕਮਾਈ, ਇਹਦੀ ਸਾਧਨਾ ਕਠਨ ਹੈ, ਅਤੇ ਗੁਰਸਿੱਖਾਂ ਨੇ ਕਠਨ ਸਾਧਨਾ ਕਮਾਈ ਨੂੰ ਕੀਤਾ ਹੈ। ਤ੍ਰਿਖੀ ਖੰਡੇ ਧਾਰ ਹੈ ਉਹ ਵਾਲੋਂ ਨਿੱਕੀ, ਭੂਹ ਭਵਿੱਖ ਨਾ ਵਰਤਮਾਨ, ਸਰ ਮਿੱਕਣ ਮਿੱਕੀ। ਤਿੰਨਾਂ ਸਮਿਆਂ ਵਿੱਚ ਕੋਈ ਪਦਾਰਥ ਇਹਦੇ ਮੇਚ ਦਾ ਨਹੀਂ ਹੈ। ਦੁਤੀਆ ਨਾਸਤ ਏਤ ਘਰ, ਹੋਏ ਇੱਕਾ ਇੱਕੀ।
ਇਸ ਗੁਰਸਿੱਖੀ ਦੇ ਘਰ ਦੇ ਵਿੱਚ ਦੁਤੀਆ ਦੁਐਤ ਨਾਸ਼ ਹੋ ਜਾਂਦੀ ਹੈ। ਜਿਹੜਾ ਸਿੱਖੀ ਦੇ ਘਰ ਵਿੱਚ ਆਉਂਦਾ ਨਾ, ਸਿੱਖੀ ਦੀ ਕਮਾਈ ਕਰਦਾ, ਦੁਐਤ ਮੁੱਕ ਜਾਂਦੀ ਹੈ। ਉੱਥੇ ਹਰਖ ਸੋਗ ਨਹੀਂ ਰਹਿੰਦਾ, ਉੱਥੇ ਜੰਮਣ ਮਰਨ ਨਹੀਂ ਰਹਿੰਦਾ, ਉੱਥੇ ਆਉਣਾ ਜਾਣਾ ਨਹੀਂ ਰਹਿੰਦਾ, ਸਭ ਕੁਝ ਮੁੱਕ ਜਾਂਦਾ ਹੈ। ਜਿਹੜਾ ਦਵੰਦ ਹੈ ਇਹ ਖਤਮ ਹੋ ਜਾਂਦਾ, ਨਾਸ਼ ਹੋ ਜਾਂਦਾ। ਸਿੱਖੀ ਦੇ ਘਰ ਵਿੱਚ ਆ ਕੇ ਹੋਏ ਇੱਕਾ ਇੱਕੀ ਅਤੇ ਕਮਾਈ ਕਰਦਿਆਂ ਕਰਦਿਆਂ ਗੁਰੂ ਕਾ ਸਿੱਖ ਜਿਹੜਾ ਨਾ ਉਹ ਪਰਮਾਤਮਾ ਦੇ ਵਿੱਚ ਅਭੇਦ ਹੋ ਜਾਂਦਾ, ਇੱਕਮਿਕ ਹੋ ਜਾਂਦਾ ਹੈ। ਇੱਕ ਗੁਰੂ ਦੇ ਉਪਦੇਸ਼ ਦੀ ਕਮਾਈ ਕਰਕੇ ਇੱਕ ਪਰਮਾਤਮਾ ਦੇ ਵਿੱਚ ਮਿਲ ਜਾਂਦਾ ਹੈ, ਏਕਤਾ ਹੋ ਜਾਂਦੀ ਹੈ। ਪਰਮਾਤਮਾ ਨੂੰ ਸਿਮਰਦਿਆਂ ਉਹਦੇ ਵਿੱਚ ਹੀ ਮਿਲ ਜਾਂਦੇ ਹੈ। ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕੇ ਲਾਲੀ। ਸੋ ਇਸ ਅਵਸਥਾ 'ਤੇ ਪਹੁੰਚ ਜਾਂਦੇ ਹੈ। ਦੂਆ ਤੀਆ ਵੀਸਰੈ, ਸਣ ਕੱਕਾ ਕਿੱਕੀ। ਸੋ ਇਸੇ ਤਰ੍ਹਾਂ ਇਸ ਸਿੱਖੀ ਦੇ ਘਰ ਦੇ ਵਿੱਚ ਦੂਆ ਤੀਆ, ਦੁਐਤ ਅਤੇ ਤੀਆ ਜੋ ਤ੍ਰਿਕੁਟੀ ਹੈ, ਤਿੰਨ ਰਜੋ ਤਮੋ ਸਤੋ, ਇਹ ਤਿੰਨੇ ਮੁੱਕ ਜਾਂਦੇ ਹੈ। ਅਤੇ ਫਿਰ ਅੱਗੇ ਚੌਥੇ ਘਰ ਸਹਿਜ ਅਵਸਥਾ ਦੇ ਵਿੱਚ ਗੁਰਸਿੱਖ ਪਹੁੰਚ ਜਾਂਦਾ ਹੈ। ਦੂਆ ਤੀਆ ਵੀਸਰੈ, ਸਣ ਕੱਕਾ ਕਿੱਕੀ। ਸਮੇਤ ਇਸ ਦੇ ਜਿੱਥੇ ਜਾ ਕੇ ਬੰਦਾ ਤਰਕਾਂ ਹੀ ਕਰਦਾ, ਕਦੋਂ ਕਿਵੇਂ ਕੀ ਹੋਇਆ ਕੀ ਗੱਲ, ਇਹਨਾਂ ਨੂੰ ਛੱਡ ਦਿੰਦਾ। ਇਹਦੇ ਸਮੇਤ ਦੁਐਤ ਤ੍ਰਿਕੁਟੀ ਖਤਮ ਹੋ ਜਾਂਦੀ ਹੈ। ਗੁਰੂ ਨੇ ਜੋ ਉਪਦੇਸ਼ ਦਿੱਤਾ ਉਹਨੂੰ ਸੀਸ ਝੁਕਾ ਕੇ ਮੰਨਦਾ ਹੈ। ਅੱਗੇ ਇਹ ਨਹੀਂ ਕਹਿੰਦਾ ਕਿਉਂ, ਕਿਉਂਕਿ ਕਿਉਂ ਨੇ ਬਹੁਤ ਨੁਕਸਾਨ ਕੀਤਾ ਹੈ। ਕਿਉਂ ਜਿਹੜੀ ਹੈ ਇਸਨੇ ਨੁਕਸਾਨ ਬਹੁਤ ਕੀਤਾ ਹੈ। ਗੁਰੂ 'ਤੇ ਵੀ ਬੰਦਾ ਸ਼ੱਕ ਕਰਨ ਲੱਗ ਪਿਆ, ਇਹ ਗੱਲ ਕਿਉਂ ਕਹੀ। ਗੁਰੂ ਸਾਹਿਬ ਨੇ ਅੰਮ੍ਰਿਤ ਕਿਉਂ ਛਕਾਇਆ, ਪਹਿਲੀਆਂ 9 ਪਾਤਸ਼ਾਹੀਆਂ ਨੇ ਨਹੀਂ ਛਕਾਇਆ, ਕਿਉਂ? ਕਿਉਂ ਦਾ ਤਾਂ ਕੋਈ ਜਵਾਬ ਹੀ ਨਹੀਂ ਹੈ। ਘਰ ਬਣਾਉਣੇ ਆ, ਮਕਾਨ ਬਣਾਉਣੇ ਆ, ਥੱਲੋਂ ਨੀਂਹ ਰੱਖ ਕੇ ਲਿਆਉਂਦੇ ਹਾਂ, ਜ਼ਮੀਨ ਪੁੱਟ ਕੇ ਨੀਂਹ ਰੱਖੀ ਜਾਂਦੀ ਹੈ, ਫਿਰ ਕੰਧਾਂ ਉੱਚੀਆਂ ਹੁੰਦੀਆਂ, ਕਲਸ ਤਾਂ ਫਿਰ ਬਹੁਤ ਚਿਰ ਬਾਅਦ ਵਿੱਚ ਜਾ ਕੇ ਪੈਂਦਾ ਨਾ। ਸੋ ਇਸ ਲਈ ਜਿਹੜੀ ਕੱਕਾ ਕਿੱਕੀ ਤੋਂ ਭਾਵ ਕਦੋਂ ਕਿਵੇਂ ਕਿਉਂ ਕਿੱਦਾਂ ਹੋਇਆ, ਇਹਨਾਂ ਦੇ ਸਮੇਤ ਸਾਰਾ ਕੁਝ ਦੂਰ ਹੋ ਜਾਂਦਾ ਹੈ। ਬਸ ਜੋ ਗੁਰੂ ਨੇ ਕਿਹਾ ਹੈ ਉਹ ਮੰਨਣਾ ਹੈ। ਗੁਰੂ 'ਤੇ ਤਰਕ ਨਹੀਂ ਕਰਦਾ, ਕਿਉਂ ਕਦੋਂ ਕਿਵੇਂ, ਇਹ ਸਾਰੀਆਂ ਗੱਲਾਂ ਗੁਰੂ ਕਾ ਸਿੱਖ ਛੱਡ ਦਿੰਦਾ ਹੈ। ਸਭੈ ਸਿੱਕਾਂ ਪਰ ਹਰੈ, ਸੁਖ ਇਕਤ ਸਿੱਖੀ ਸਿੱਕੀ। ਬਾਕੀ ਜਿੰਨੀਆਂ ਵੀ ਸਿੱਕਾਂ ਅੰਦਰ ਸਧਰਾਂ ਹੁੰਦੀਆਂ, ਜੋ ਲੋਚਾ ਹੁੰਦੀ ਹੈ ਦੁਨੀਆ ਦੇ ਪਦਾਰਥਾਂ ਦੀ, ਦੁਨੀਆ ਦੀ ਵਡਿਆਈ ਦੀ, ਇਹ ਸਾਰੀਆਂ ਸਿੱਕਾਂ ਛੱਡ ਦਿੰਦਾ ਹੈ। ਸਭੈ ਸਿੱਕਾਂ ਪਰ ਹਰੈ, ਸੁਖ ਇਕਤ ਸਿੱਕੀ। ਅਤੇ ਇੱਕ ਗੁਰਸਿੱਖੀ ਦੀ ਹੀ ਸਿੱਖ ਉਹਦੇ ਮਨ ਵਿੱਚ ਹੁੰਦੀ ਹੈ, ਇਹਦੇ ਵਿੱਚ ਹੀ ਵੱਡਾ ਸੁੱਖ ਹੈ। ਸਿਰਫ ਇੱਕੋ ਹੀ ਉਹਦੇ ਮਨ ਵਿੱਚ ਲੋਚਾ ਹੈ ਵੀ ਮੈਂ ਸਿੱਖੀ ਦੀ ਕਮਾਈ ਕਰਾਂ ਅਤੇ ਗੁਰੂ ਦੇ ਉਪਦੇਸ਼ਾਂ ਨੂੰ ਕਮਾਵਾਂ। ਬਾਕੀ ਜਿੰਨੀਆਂ ਵੀ ਸਿੱਖਾਂ ਹੁੰਦੀਆਂ, ਖਾਹਿਸ਼ਾਂ, ਉਹ ਸਾਰੀਆਂ ਹੀ ਛੱਡ ਦਿੰਦਾ ਹੈ ਅਤੇ ਗੁਰਸਿੱਖੀ ਦੇ ਸੁੱਖ ਫਲ ਨੂੰ ਹੀ ਪ੍ਰਾਪਤ ਕਰਕੇ ਉਹ ਸੁਖੀ ਰਹਿੰਦਾ ਹੈ। ਇਸ ਸਿੱਖ ਨੂੰ ਆਪਣੇ ਅੰਦਰ ਧਾਰਨ ਕਰਦਾ ਹੈ। ਸੋ ਇਸ ਤੋਂ ਅੱਗੇ ਭਾਈ ਗੁਰਦਾਸ ਸਾਹਿਬ ਜੀ ਹੁਣ ਤੀਜੀ ਪੌੜੀ ਦੇ ਵਿੱਚ ਬਖਸ਼ਿਸ਼ ਕਰ ਰਹੇ ਹੈ। ਗੁਰਮੁਖ ਮਾਰਗ ਆਖੀਐ, ਗੁਰਮਤਿ ਹਿਤਕਾਰੀ। ਗੁਰਮੁਖ ਮਾਰਗ ਕਿਸ ਨੂੰ ਕਿਹਾ ਜਾਂਦਾ ਹੈ? ਗੁਰਮੁਖ ਮਾਰਗ ਕੀ ਹੈ? ਗੁਰਮੁਖ ਮਾਰਗ ਆਖੀਐ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਗੁਰਸਿੱਖੋ, ਗੁਰਮੁਖ ਮਾਰਗ ਇਸ ਨੂੰ ਕਿਹਾ ਜਾਂਦਾ ਹੈ ਗੁਰਮਤਿ ਹਿਤਕਾਰੀ। ਜੋ ਗੁਰੂ ਦੀ ਮੱਤ ਹੈ, ਗੁਰੂ ਦੀ ਸਿੱਖਿਆ ਹੈ, ਇਹਦੇ ਨਾਲ ਪਿਆਰ ਕਰਨਾ, ਗੁਰੂ ਦੀ ਸਿੱਖਿਆ ਚੰਗੀ ਲੱਗਣੀ,
ਗੁਰ ਸਿੱਖਿਆ ਨੂੰ ਪਿਆਰ ਕਰਨਾ ਇਹ ਗੁਰਮੁਖ ਮਾਰਗ ਕਿਹਾ ਜਾਂਦਾ ਹੈ। ਅਤੇ ਗੁਰਸਿੱਖ ਗੁਰਮੁਖ ਮਾਰਗ ਦੇ ਉੱਤੇ ਚੱਲਦੇ ਹੈ। ਅਤੇ ਜਿਨ੍ਹਾਂ ਨੂੰ ਗੁਰੂ ਦੀ ਸਿੱਖਿਆ ਚੰਗੀ ਨਹੀਂ ਲੱਗਦੀ, ਗੁਰੂ ਦਾ ਉਪਦੇਸ਼, ਗੁਰੂ ਦੇ ਬਚਨ ਨਹੀਂ ਚੰਗੇ ਲੱਗਦੇ, ਕਮਾਈ ਨਹੀਂ ਕਰਦੇ, ਉਹ ਕਹਿੰਦੇ ਜ਼ਰੂਰ ਨੇ ਅਸੀਂ ਗੁਰੂ ਨੂੰ ਮੰਨਦੇ ਹਾਂ, ਪਰ ਅਸਲ ਦੇ ਵਿੱਚ ਗੁਰੂ ਦੇ ਬਚਨਾਂ ਦੀ ਉਹ ਕਮਾਈ ਨਹੀਂ ਕਰਦੇ, ਉਹ ਅੰਦਰੋਂ ਖੋਟੇ ਹੈ। ਸੋ ਗੁਰਮੁਖ ਮਾਰਗ ਇਸ ਨੂੰ ਕਿਹਾ ਜਾਂਦਾ ਹੈ, ਜਿੱਥੇ ਸਿੱਖ ਗੁਰੂ ਦੀ ਮੱਤ ਦੇ ਨਾਲ ਹਿੱਤ ਕਰਦਾ ਹੈ, ਗੁਰੂ ਦੀ ਸਿੱਖਿਆ ਨਾਲ ਉਹ ਪਿਆਰ ਕਰਦਾ ਹੈ। ਹੁਕਮ ਰਜਾਈ ਚੱਲਣਾ ਗੁਰ ਸ਼ਬਦ ਵਿਚਾਰੀ, ਗੁਰੂ ਦੇ ਸ਼ਬਦ ਦੀ ਵਿਚਾਰ ਕਰਦਾ ਹੈ ਸਿੱਖ, ਗੁਰ ਸ਼ਬਦ ਦਾ ਵਿਚਾਰਵਾਨ ਹੈ ਅਤੇ ਗੁਰੂ ਦੇ ਪਰਮਾਤਮਾ ਦੇ ਹੁਕਮ ਉਹਦੀ ਰਜਾ ਦੇ ਵਿੱਚ ਚੱਲਦਾ ਹੈ। ਭਾਣਾ ਭਾਵੈ ਖਸਮ ਕਾ ਨਿਹਚਉ ਨਿਰੰਕਾਰੀ, ਗੁਰਸਿੱਖੀ ਮਾਰਗ ਦੇ ਉੱਤੇ ਚੱਲਦਿਆਂ ਗੁਰਸਿੱਖ ਨੂੰ ਮਾਲਕ ਦਾ ਪਰਮਾਤਮਾ ਦਾ ਭਾਣਾ ਚੰਗਾ ਲੱਗਦਾ ਹੈ। ਨਿਹਚਉ ਨਿਰੰਕਾਰੀ, ਅਤੇ ਨਿਸ਼ਚੇ ਕਰਕੇ ਨਿਰੰਕਾਰ ਪਰਮਾਤਮਾ ਨੂੰ ਚੇਤੇ ਕਰਦਾ ਹੈ। ਇੱਕ ਨਿਰੰਕਾਰ ਦੇ ਉੱਤੇ ਨਿਸ਼ਚਾ ਰੱਖਦਾ ਹੈ, ਥਾਵਾਂ ਥਾਵਾਂ ਦੇ ਉੱਤੇ ਭਟਕਦਾ ਨਹੀਂ, ਸਿਰਫ ਇੱਕ ਪਰਮਾਤਮਾ ਨੂੰ ਹੀ ਗੁਰੂ ਕਾ ਪਿਆਰਾ ਸਿੱਖ ਚੇਤੇ ਕਰਦਾ ਹੈ। ਇਸ਼ਕ ਮੁਸਕ ਮਹਿਕਾਰ ਹੈ ਹੋਏ ਪਰ ਉਪਕਾਰੀ, ਇਸ਼ਕ ਅਤੇ ਮੁਸ਼ਕ ਜਿਹੜੀ ਕਸਤੂਰੀ ਹੁੰਦੀ ਹੈ, ਉਹਦੀ ਮਹਿਕ ਜਿਹੜੀ ਹੈ, ਖੁਸ਼ਬੂ ਜਿਹੜੀ ਹੈ, ਉਹ ਲੁਕੋਇਆਂ ਵੀ ਲੁਕਦੀ ਨਹੀਂ ਹੈ। ਇਸੇ ਤਰ੍ਹਾਂ ਜਿਹੜਾ ਗੁਰੂ ਕਾ ਸਿੱਖ ਹੈ ਨਾ, ਗੁਰਮੁਖ ਮਾਰਗ ਦੇ ਉੱਤੇ ਚੱਲਦਾ, ਉਹ ਪਰਉਪਕਾਰੀ ਹੁੰਦਾ ਹੈ। ਪਰਉਪਕਾਰ ਕਰਨ ਤੋਂ ਪਿੱਛੇ ਨਹੀਂ ਹਟਦਾ। ਇਸ਼ਕ ਅਤੇ ਮੁਸ਼ਕ ਇਹ ਲੁਕਾਇਆ ਕਦੇ ਲੁਕਦੇ ਨਹੀਂ। ਕਲਗੀਧਰ ਮਹਾਰਾਜ ਜੀ ਦਾ ਵੀ ਬਚਨ ਹੈ, ਇਸ਼ਕ ਮੁਸ਼ਕ ਖਾਂਸੀ ਖੁਰਕ ਸ਼ਿਬਤ ਛਿਪਾਏ ਨਾਹੇ, ਅੰਤ ਪ੍ਰਗਟ ਹੋਇ ਜਗ ਰਹਿ ਸ੍ਰਿਸ਼ਟ ਸਕਲ ਕੇ ਮਾਹੇ। ਇਸ਼ਕ ਮੁਸ਼ਕ ਖਾਂਸੀ ਖੰਘ ਅਤੇ ਖਾਜ ਇਹ ਲੁਕਾਇਆ ਚੀਜ਼ਾਂ ਲੁਕਦੀਆਂ ਨਹੀਂ, ਪ੍ਰਗਟ ਹੋ ਜਾਂਦੀਆਂ ਸੰਸਾਰ ਦੇ ਵਿੱਚ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਇਸੇ ਤਰ੍ਹਾਂ ਜਿਹੜੇ ਗੁਰੂ ਕੇ ਪਿਆਰੇ ਸਿੱਖ ਹੈ ਨਾ, ਉਹ ਪਰਉਪਕਾਰ ਕਰਨ ਤੋਂ ਪਿੱਛੇ ਨਹੀਂ ਹਟਦੇ, ਭਲਾ ਕਰਨ ਤੋਂ ਕਿਸੇ ਦਾ ਪਿੱਛੇ ਨਹੀਂ ਕਦਮ ਹਟਾਉਂਦੇ। ਉਹ ਹਮੇਸ਼ਾ ਹੀ ਸਿੱਖੀ ਮਾਰਗ 'ਤੇ ਚੱਲਦਿਆਂ ਹੋਇਆਂ ਪਰਉਪਕਾਰ ਕਰਦੇ ਰਹਿੰਦੇ ਹੈ, ਕਦੇ ਉਹ ਸੇਵਾ ਤੋਂ ਪਿੱਛੇ ਨਹੀਂ ਹਟਦੇ, ਸਦਾ ਹੀ ਅੱਗੇ ਹੋ ਕੇ ਵੱਧ ਚੜ੍ਹ ਕੇ ਸੇਵਾ ਕਰਦੇ ਹੈ, ਗੁਰੂ ਦੀ ਖੁਸ਼ੀ ਲੈਂਦੇ ਹੈ। ਸਿਦਕ ਸਬੂਰੀ ਸਾਬਤੇ ਮਸਤੀ ਹੁਸ਼ਿਆਰੀ, ਸਿਦਕ ਸਬੂਰੀ ਇਹ ਮਾਰਗ ਐਸਾ ਹੈ, ਗੁਰਸਿੱਖ ਦੇ ਅੰਦਰ ਸਿਦਕ ਹੈ, ਭਰੋਸਾ, ਆਪਣੇ ਗੁਰੂ 'ਤੇ ਭਰੋਸਾ ਰੱਖਦਾ ਹੈ। ਸਬੂਰੀ ਤੋਂ ਭਾਵ ਉਹਦੇ ਅੰਦਰ ਸੰਤੋਖ ਹੈ, ਸਿਦਕ ਹੈ, ਸੰਤੋਖ ਹੈ, ਇਹਦੇ ਵਿੱਚ ਉਹ ਮੁਕੰਮਲ ਹੈ, ਪੂਰਾ ਹੈ, ਕਦੇ ਆਪਣੇ ਨਿਸ਼ਚੇ ਨੂੰ ਡੋਲਣ ਨਹੀਂ ਦਿੰਦਾ, ਕਦੇ ਵੀ ਮਨ ਡੋਲਣ ਨਹੀਂ ਦਿੰਦਾ। ਉਹ ਥੋੜ੍ਹਾ ਜਿੰਨਾ ਵੀ ਸ਼ੰਕਾ ਨਹੀਂ ਹੁੰਦਾ ਉਹਦੇ ਮਨ ਵਿੱਚ ਗੁਰੂ ਦੇ ਪ੍ਰਤੀ, ਅਤੇ ਸੰਤੋਖੀ ਹੈ। ਜੋ ਮਾਲਕ ਨੇ ਦਾਤਾਂ ਦਿੱਤੀਆਂ ਉਹਦੇ ਵਿੱਚ ਰੱਜਿਆ ਰਹਿੰਦਾ ਹੈ। ਸਿਦਕ ਸਬੂਰੀ ਸਾਬਤੇ ਮਸਤੀ ਹੁਸ਼ਿਆਰੀ, ਸੋ ਇਹ ਚਾਰੇ ਜਿਹੜੀਆਂ ਚੀਜ਼ਾਂ ਨੇ, ਸਿਦਕ ਭਰੋਸੇ ਨੂੰ ਕਹਿੰਦੇ ਹੈ, ਸਬੂਰੀ ਸੰਤੋਖ, ਨਾਮ ਦੀ ਮਸਤੀ ਅਤੇ ਹੁਸ਼ਿਆਰੀ, ਇਹਦੇ ਵਿੱਚ ਪੂਰਾ ਉਹ ਸਾਵਧਾਨ ਰਹਿੰਦਾ ਹੈ। ਗੁਰੂ ਕਾ ਸਿੱਖ ਸਦਾ ਹੀ ਇਹਨਾਂ ਚੀਜ਼ਾਂ ਦੇ ਵਿੱਚ ਸਾਵਧਾਨ ਹੈ, ਚੇਤੰਨ ਹੋ ਕਰਕੇ ਰਹਿੰਦਾ ਹੈ। ਗੁਰਮੁਖ ਆਪ ਗਵਾਇਆ ਜਿਣ ਹਉਮੈ ਮਾਰੀ, ਗੁਰਮੁਖ ਨੇ ਆਪਾ ਭਾਵ ਗਵਾ ਲਿਆ ਹੈ, ਮੈਂ ਮੇਰੀ ਨੂੰ ਦੂਰ ਕਰ ਦਿੱਤਾ। ਜਿਣ ਹਉਮੈ ਮਾਰੀ,
ਤੇ ਹਉਮੈ ਮੈਂ ਮੇਰੀ ਨੂੰ ਮਾਰ ਕੇ ਉਹਨੇ ਜੀਵਨ ਦੀ ਬਾਜੀ ਨੂੰ ਜਿੱਤ ਲਿਆ ਹੈ। ਇਹ ਮਨੁੱਖਾ ਜੀਵਨ ਦੀ ਬਾਜੀ ਗੁਰਮੁਖ ਨਾਮ ਸਿਮਰਨ ਕਰਦਿਆਂ ਗੁਰੂ ਦੀ ਸਿੱਖਿਆ ਨੂੰ ਕਮਾਉਂਦਿਆਂ ਜਿੱਤ ਲੈਂਦਾ ਹੈ। ਹੁਣ ਅਗਲੀ ਚੌਥੀ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਸਿੱਖ ਜਿਹੜਾ ਹੈ ਉਹਦੀ ਨਿਤ ਕਿਰਿਆ ਕੀ ਹੈ ਤੇ ਉਹ ਕਿਸ ਤਰ੍ਹਾਂ ਆਪਣੇ ਮਨ ਦੇ ਵਿੱਚ ਨਿਸ਼ਚਾ ਰੱਖਦਾ ਹੈ। ਭਾਏ ਭਗਤ ਭੈ ਚੱਲਣਾ ਹੋਏ ਪਾਹੁਣ ਚਾਰੀ। ਜਿਹੜਾ ਗੁਰਸਿੱਖ ਹੈ ਨਾ, ਭਾਏ ਭਗਤ ਭੈ ਚੱਲਣਾ, ਪ੍ਰੇਮਾ ਭਗਤੀ ਤੇ ਭੈ ਮਨ ਵਿੱਚ ਰੱਖ ਕੇ ਚੱਲਦਾ ਹੈ। ਗੁਰੂ ਦੇ ਨਾਲ ਪਿਆਰ ਹੈ, ਭਗਤੀ ਕਰਦਾ ਹੈ, ਗੁਰੂ ਦਾ ਪਰਮੇਸ਼ਰ ਦਾ ਭੈ ਹੈ ਉਹਦੇ ਮਨ ਦੇ ਵਿੱਚ। ਪ੍ਰੇਮਾ ਭਗਤੀ ਤੇ ਰੱਬੀ ਭੈ ਦੇ ਵਿੱਚ ਚੱਲਦਾ ਹੈ। ਹੋਏ ਪਾਹੁਣ ਚਾਰੀ, ਤੇ ਪ੍ਰਾਹੁਣਚਾਰੀ ਵਾਂਗ ਆਪਣੇ ਆਪ ਨੂੰ ਸਮਝਦਾ ਸੰਸਾਰ ਵਿੱਚ, ਪ੍ਰਾਹੁਣਿਆਂ ਵਾਂਗ। ਬਸ ਜ਼ਿੰਦਗੀ ਕਿੰਨਾ ਕੁ ਸਮਾਂ ਹੈ, ਜਿਵੇਂ ਪ੍ਰਾਹੁਣੇ ਸਦਾ ਨਹੀਂ ਟਿਕੇ ਰਹਿੰਦੇ, ਤੁਰ ਜਾਂਦੇ ਆ, ਇੱਕ ਰਾਤ ਕੋਈ 2 ਰਾਤ ਰਹਿ ਕੇ। ਇਸੇ ਤਰ੍ਹਾਂ ਇਸ ਸੰਸਾਰ ਨੂੰ ਗੁਰਮੁਖ ਪਿਆਰੇ ਸਮਝਦੇ ਆ ਕਿ ਇੱਥੇ ਸਦਾ ਟਿਕੇ ਨਹੀਂ ਰਹਿਣਾ। ਤਨ ਜੋਬਨ ਅਰ ਫੁੱਲੜਾ ਨਾਠੀ ਅੜੇ ਦਿਨ ਚਾਰ, ਪੱਬਣ ਕੇਰੇ ਪਤ ਜਿਉਂ ਢਲ ਢੁਲ ਜੁਮਨ ਹਾਰ। ਇਸ ਗੱਲ ਨੂੰ ਗੁਰਮੁਖ ਜਾਣਦੇ ਹੈ। ਚੱਲਣ ਜਾਣ ਅਜਾਣ ਹੋਏ ਗਹੁ ਗਰਭ ਨਿਵਾਰੀ। ਚੱਲਣ ਜਾਣ, ਸੰਸਾਰ ਤੋਂ ਚਲੇ ਜਾਣ ਦੀ ਰੀਤ ਨੂੰ ਉਹਨਾਂ ਨੇ ਜਾਣ ਲਿਆ। ਇਸ ਗੱਲ ਨੂੰ ਸਮਝ ਲਿਆ ਹੈ ਕਿ ਇੱਥੋਂ ਅਸੀਂ ਤੁਰ ਜਾਣਾ ਹੈ। ਫਿਰ ਝਗੜੇ ਕਾਹਦੇ, ਹਉਮੈ ਕਾਹਦੀ, ਹੰਕਾਰ ਕਿਹੜੀ ਗੱਲ ਦਾ। ਅਖੀਰ ਤਾਂ ਸਾਰਿਆਂ ਨੇ ਖਾਕ ਬਣ ਜਾਣਾ, ਮਿੱਟੀ ਹੋ ਜਾਣਾ ਨਾ। ਕਬੀਰ ਗਰਬ ਨ ਕੀਜੀਐ ਦੇਹੀ ਦੇਖ ਸੁਰੰਗ, ਆਜ ਕਾਲ ਤਜ ਜਾਹੋਗੇ ਜਿਉ ਕਾਂਚੁਰੀ ਭੁਯੰਗ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਹੰਕਾਰ ਨਾ ਕਰ ਬੰਦਿਆ, ਸੋਹਣੇ ਸਰੀਰ ਵੱਲ ਵੇਖ ਕੇ ਹੰਕਾਰ ਨਾ ਕਰ। ਮੇਰਾ ਤਨ ਬੜਾ ਸੋਹਣਾ ਹੈ, ਅੱਜ ਨਹੀਂ ਤੇ ਭਲਕੇ ਇਸ ਸਰੀਰ ਨੂੰ ਛੱਡ ਕੇ ਇਉਂ ਤੁਰ ਜਾਏਗਾ ਜਿਉਂ ਕਾਂਚੁਰੀ ਭੁਯੰਗ, ਜਿਵੇਂ ਸੱਪ ਆਪਣਾ ਕੁੰਜ ਲਾ ਦਿੰਦਾ ਹੈ, ਤੁਰ ਜਾਣਾ। ਕਬੀਰ ਗਰਬ ਨ ਕੀਜੀਐ ਊਚਾ ਦੇਖ ਆਵਾਸ, ਆਜ ਕਾਲ ਭੋਏ ਲੇਟਣਾ ਉਪਰ ਜਾਮੈ ਕਾਸ। ਆਪਣੇ ਉੱਚੇ ਮਹਿਲ ਅਟਾਰੀਆਂ ਵੇਖ ਕੇ ਹੰਕਾਰ ਨਾ ਕਰ। ਅੱਜ ਜਾਂ ਭਲਕੇ ਤਾਂ ਟਿਕਾਣਾ ਉੱਥੇ ਹੀ ਆਉਣਾ ਨਾ, ਮਿੱਟੀ 'ਚ ਮਿਲਣਾ ਹੈ ਤੂੰ, ਉੱਤੇ ਘਾਹ ਉੱਗਿਆ ਹੋਵੇਗਾ ਉੱਥੇ। ਸੋ ਇਸ ਲਈ ਚੱਲਣ ਜਾਣ, ਸੰਸਾਰ ਤੋਂ ਚਲੇ ਜਾਣ ਦੀ ਗੱਲ ਨੂੰ ਚੰਗੀ ਤਰ੍ਹਾਂ ਗੁਰਮੁਖ ਸਮਝਦੇ ਹੈ। ਅਜਾਣ ਹੋਏ ਤੇ ਦੁਨੀਆ ਦੀਆਂ ਚਤਰਾਈਆਂ ਵੱਲੋਂ ਅਜਾਣ ਹੋ ਕਰਕੇ ਰਹਿੰਦੇ ਹੈ। ਉਹ ਚਤਰਾਈਆਂ ਚਲਾਕੀਆਂ ਨਹੀਂ ਹੁੰਦੀਆਂ ਗੁਰਮੁਖਾਂ ਦੇ ਵਿੱਚ, ਕਿਸੇ ਨਾਲ ਛਲ ਕਪਟ ਧੋਖਾ ਨਹੀਂ ਕਰਦੇ, ਬੱਚਿਆਂ ਵਾਂਗ ਅਣਜਾਣ ਹੁੰਦੇ ਹੈ। ਬੱਚਾ ਜੇ ਰੋਵੇਗਾ ਤਾਂ ਵੀ ਅੰਦਰੋਂ, ਹੱਸੇਗਾ ਤਾਂ ਵੀ ਅੰਦਰੋਂ। ਪਰ ਜਿਹੜਾ ਬੰਦਾ ਸਿਆਣਾ ਕਹਾਉਂਦਾ ਉਹਦੇ ਵਿੱਚ ਇਹ ਚੀਜ਼ਾਂ ਨਹੀਂ, ਉਹ ਦਿਖਾਵਾ ਬਹੁਤ ਕਰਦਾ ਹੈ। ਗਹੁ ਗਰਭ ਨਿਵਾਰੀ, ਹੰਕਾਰ ਨੂੰ ਫੜ ਕੇ ਤੇ ਗੁਰੂ ਕੇ ਸਿੱਖ ਨੇ ਦੂਰ ਕਰ ਦਿੱਤਾ ਹੈ। ਹੰਕਾਰ ਨੂੰ ਤਾਂ ਨੇੜੇ ਨਹੀਂ ਆਉਣ ਦਿੰਦਾ। ਗੁਰਸਿੱਖ ਨਿਤ ਭਰਾ ਹੋਣੇ ਇਹੋ ਕਰਨੀ ਸਾਰੀ। ਸੋ ਗੁਰਸਿੱਖਾਂ ਦੀ ਸ੍ਰੇਸ਼ਟ ਕਰਨੀ ਕੀ ਹੈ, ਸਭ ਤੋਂ ਵਧੀਆ ਉਹਨਾਂ ਦਾ ਕੰਮ ਕੀ ਹੈ? ਉਹ ਇਹ ਹੈ ਕਿ ਗੁਰਸਿੱਖ ਨਿਤ ਪ੍ਰਾਹੁਣੇ। ਗੁਰਸਿੱਖ ਨਿਤ ਪ੍ਰਾਹੁਣਿਆਂ ਵਾਂਗ ਸਮਝਦੇ ਦੁਨੀਆ 'ਚ ਆਪਣੇ ਆਪ ਨੂੰ। ਇਹ ਪਤਾ ਨਹੀਂ ਅੱਜ ਸੱਦਾ ਆ ਗਿਆ, ਅੱਜ ਤੁਰ ਜਾਣਾ ਹੈ। ਸੋ ਨਿਤ ਪਰਮਾਤਮਾ ਨੇ ਜਿੰਨੀ ਆਯੂ ਬਖਸ਼ਿਸ਼ ਕੀਤੀ ਹੈ, ਬੰਦਾ ਉਨੀ ਭੋਗਦਾ ਹੈ। ngਣ ਘਾਲੇ ਸਭ ਦਿਵਸ ਸਾਸ ਨਹਿ ਬੜਨ ਘਟਨ ਤਿਲ ਸਾਰ, ਜੀਵਨ ਲੋ ਰਹਿ ਭਰਮ ਮੋਹ ਨਾਨਕ ਤੇਹੂ ਗਵਾਰ। ਸੋ ਇਹ ਸ੍ਰੇਸ਼ਟ ਕਰਨੀ ਹੈ, ਨਿਤ ਪ੍ਰਾਹੁਣਾ ਸਮਝਦੇ ਸੰਸਾਰ ਵਿੱਚ। ਗੁਰਮੁਖ ਸੇਵ ਕਮਾਵਣੀ ਸਤਿਗੁਰੂ ਪਿਆਰੀ। ਗੁਰਸਿੱਖ ਗੁਰਮੁਖਾਂ ਦੀ ਸੇਵਾ ਕਮਾਉਂਦੇ ਹੈ,
ਗੁਰਮੁਖਾਂ ਦੀ, ਗੁਰਸਿੱਖਾਂ ਦੀ, ਸਾਧ ਸੰਗਤ ਦੀ ਸੇਵਾ ਕਰਦੇ ਹੈ, ਕਿਉਂਕਿ ਉਹਨਾਂ ਨੂੰ ਪਤਾ ਹੈ ਸਤਿਗੁਰੂ ਪਿਆਰੀ, ਮੇਰੇ ਸਤਿਗੁਰੂ ਨੂੰ ਇਹ ਸੇਵਾ ਪਿਆਰੀ ਹੈ, ਚੰਗੀ ਲੱਗਦੀ ਹੈ। ਗੁਰਸਿੱਖ ਗੁਰਸਿੱਖਾਂ ਦੀ ਸੇਵਾ ਕਰਦੇ ਹੈ, ਇਹ ਗੁਰੂ ਨੂੰ ਚੰਗਾ ਲੱਗਦਾ ਹੈ। ਗੁਰਸਿੱਖਾਂ ਅੰਦਰ ਸਤਿਗੁਰ ਵਰਤੈ, ਚੁਣ ਕੱਢੇ ਲੱਧੋ ਵਾਰੇ। ਗੁਰੂ ਦੇ ਸਿੱਖਾਂ ਦੇ ਵਿੱਚ ਸਤਿਗੁਰੂ ਆਪ ਵਰਤਦਾ ਹੈ। ਸੋ ਇਸ ਤਰ੍ਹਾਂ ਸੇਵਾ ਕਰਦੇ ਹੈ ਗੁਰਸਿੱਖ, ਕਿਉਂਕਿ ਗੁਰੂ ਨੂੰ ਇਹ ਗੱਲ ਸੇਵਾ ਕਰਨ ਵਾਲੀ ਭਾਉਂਦੀ ਹੈ। ਸ਼ਬਦ ਸੁਰਤ ਲਿਵ ਲੀਨ ਹੋਏ, ਪਰਿਵਾਰ ਸੁਧਾਰੀ। ਸ਼ਬਦ ਦੇ ਵਿੱਚ, ਗੁਰੂ ਦੇ ਸ਼ਬਦ ਦੇ ਵਿੱਚ ਗੁਰਸਿੱਖ ਆਪਣੀ ਸੁਰਤ ਜੋੜਦੇ ਹੈ ਅਤੇ ਫਿਰ ਲਿਵਲੀਨ ਹੋਏ, ਇਹਦੇ ਵਿੱਚ ਮਸਤ ਹੋ ਜਾਂਦੇ ਹੈ। ਸ਼ਬਦ ਵਿੱਚ ਜੁੜ ਕੇ ਟਿਕ ਜਾਂਦੇ ਹੈ। ਸ਼ਬਦ ਦੀ ਮਸਤੀ ਹੈ, ਰਸ ਹੈ, ਉਹਨਾਂ ਨੂੰ ਪ੍ਰਾਪਤ ਹੋਇਆ। ਪਰਿਵਾਰ ਸੁਧਾਰੀ, ਸ਼ਬਦ ਦੇ ਵਿੱਚ ਸੁਰਤ ਨੂੰ ਜੋੜ ਕੇ ਆਪਣੇ ਸਾਰੇ ਪਰਿਵਾਰ ਨੂੰ, ਸੁਧਾਰੀ ਦਾ ਅਰਥ ਸਵਾਰ ਲੈਂਦੇ। ਇੰਦਰੀਆਂ ਰੂਪੀ ਪਰਿਵਾਰ ਅਤੇ ਪ੍ਰਤੱਖ ਪਰਿਵਾਰ ਵੀ। ਅੱਖਾਂ ਨੂੰ ਸਵਾਰ ਲੈਂਦੇ ਹੈ, ਕੰਨਾਂ ਨੂੰ, ਹੱਥਾਂ ਨੂੰ, ਪੈਰਾਂ ਨੂੰ। ਇਹ ਜਿਹੜੇ ਇੰਦਰੇ ਨੇ ਨਾ, ਇਹਨਾਂ 'ਤੇ ਕਾਬੂ ਪਾ ਲੈਂਦੇ। ਕੰਨ ਨਿੰਦਿਆ ਚੁਗਲੀ ਸੁਣਨ ਵਿੱਚ ਨਹੀਂ ਲਾਉਂਦੇ, ਫਿਰ ਹਰੀ ਦਾ ਜਸ ਸੁਣਦੇ ਹੈ। ਜ਼ੁਬਾਨ ਨੂੰ ਸਵਾਰ ਲੈਂਦੇ ਹੈ, ਫਿੱਕਾ ਬੋਲ ਨਹੀਂ ਬੋਲਦੇ, ਕੌੜਾ ਬੋਲ ਨਹੀਂ ਬੋਲਦੇ। ਅੱਖਾਂ ਨੂੰ ਸਵਾਰ ਲੈਂਦੇ ਹੈ। ਸੋ ਇਸ ਤਰ੍ਹਾਂ ਸਰੀਰ ਦੇ ਜਿੰਨੇ ਇਹ ਅੰਗ ਨੇ ਨਾ, ਇੰਦਰੀਆਂ ਪਰਿਵਾਰ, ਇਸ ਨੂੰ ਸਵਾਰ ਲੈਂਦੇ ਹੈ। ਅਤੇ ਪ੍ਰਤੱਖ ਵੀ ਉਹਨਾਂ ਦਾ ਜੋ ਪਰਿਵਾਰ ਹੈ ਨਾ, ਉਹਨਾਂ ਨੂੰ ਵੀ ਸੁਧਾਰ ਲੈਂਦੇ ਹੈ। ਆਪਣੇ ਬੱਚਿਆਂ ਨੂੰ, ਧੀਆਂ ਪੁੱਤਰਾਂ ਨੂੰ, ਘਰ ਪਰਿਵਾਰ ਸਾਰੇ ਨੂੰ ਗੁਰਸਿੱਖੀ ਦੀ ਸਿੱਖਿਆ ਦੇ ਕੇ, ਉਪਦੇਸ਼ ਦੇ ਕੇ ਸਵਾਰਦੇ ਹੈ। ਸਾਧ ਸੰਗਤ ਜਾਏ ਸਹਿਜ ਘਰ, ਨਿਰਮਲ ਨਿਰੰਕਾਰੀ। ਸਾਧ ਸੰਗਤ ਕਰਦਿਆਂ ਹੋਇਆਂ ਸਹਿਜ ਘਰ ਦੇ ਵਿੱਚ ਪਹੁੰਚ ਜਾਂਦੇ ਹੈ। ਨਿਰਮਲ ਨਿਰੰਕਾਰੀ, ਅਤੇ ਇੱਕ ਨਿਰੰਕਾਰ ਦੇ ਉਪਾਸ਼ਕ ਬਣ ਕੇ ਨਿਰਮਲ ਪਵਿੱਤਰ ਹੋ ਜਾਂਦੇ ਹੈ। ਗੁਰਸਿੱਖ ਸਾਧ ਸੰਗਤ ਕਰਦਿਆਂ ਸਹਿਜ ਘਰ 'ਚ ਟਿਕਦੇ ਹੈ। ਇੱਕ ਨਿਰੰਕਾਰੀ ਹੋ ਕੇ ਉਹਨਾਂ ਦਾ ਮਨ ਨਿਰਮਲ ਹੋ ਜਾਂਦਾ ਹੈ, ਇੱਕ ਪਰਮਾਤਮਾ ਨੂੰ ਚੇਤੇ ਕਰਦੇ ਹੈ। ਸੋ ਇਸ ਤਰ੍ਹਾਂ ਗੁਰਸਿੱਖਾਂ ਦਾ ਜੀਵਨ ਹੁੰਦਾ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਰਹਿਮਤ ਕੀਤੀ ਹੈ। ਇੱਥੋਂ ਤੱਕ ਵਿਚਾਰ ਕਰਦਿਆਂ ਹੋਇਆਂ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਸੰਗਤ ਨੇ ਭੁੱਲਾਂ ਦੀ ਖਿਮਾ ਬਖਸ਼ਣੀ, ਅਗਾਂਹ ਵਾਸਤੇ ਸੁਮਤ ਬਖਸ਼ਣੀ ਜੀ। ਸਾਧ ਸੰਗਤ ਜਾਏ ਸਹਿਜ ਘਰ, ਨਿਰਮਲ ਨਿਰੰਕਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ